ਹੈਲੋ ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ AK ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। +1 ਪੋਲੀਟੀਕਲ ਸਾਇੰਸ ਦੇ ਲਈ ਇਹ ਵੀਡੀਓ ਹੈ। 22 ਮੰਥਲੀ ਟੈਸਟ ਜਿਹੜਾ ਅਗਸਤ 2022 'ਚ ਹੋਣ ਜਾ ਰਿਹਾ, ਉਹਦੇ ਇੱਕ ਤੇ ਦੋ ਨੰਬਰ ਦੇ ਕੁਝ ਇੰਪਾਰਟੈਂਟ ਕੁਐਸਚਨ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਅਪ੍ਰੈਲ ਮਈ ਦੇ ਸਿਲੇਬਸ ਦੇ 3 ਚੈਪਟਰ ਜਿਹੜੇ ਨੇ ਉਹੀ ਇਹਦੇ 'ਚ ਕਵਰ ਕੀਤੇ ਗਏ ਨੇ, ਕਿਉਂਕਿ ਉਹੀ ਤੁਹਾਡੇ ਸਿਲੇਬਸ 'ਚ ਸ਼ਾਮਲ ਨੇ। ਮੈਨੂੰ ਆਸ ਹੈ ਕਿ ਜੇਕਰ ਤੁਸੀਂ ਇਹ ਪੜ੍ਹੋਗੇ ਤਾਂ ਤੁਹਾਡੇ ਚੰਗੇ ਨੰਬਰ ਆ ਜਾਣਗੇ। ਮੇਰੀ ਲਾਈਵ ਕਲਾਸ ਲਾਣਾ ਨਾ ਭੁੱਲਿਓ। +1 ਦੇ ਤੁਸੀਂ ਨਵੇਂ ਸਟੂਡੈਂਟ ਹੋ ਅਤੇ ਮੈਂ ਲਾਈਵ ਕਲਾਸ ਵੀ ਲਗਾਉਂਦਾ ਵਾਂ। ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਕਨਸੈਪਟ ਗੁਰੂ AK ਚੈਨਲ ਹੈ ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਵੀ ਲਾਈਵ ਕਲਾਸ ਹੋਏ ਤੁਹਾਨੂੰ ਉਹਦਾ ਪਤਾ ਚੱਲ ਜਾਏ। ਠੀਕ ਹੈ ਜੀ। ਸੋ ਆਓ ਆਪਾਂ ਕੁਐਸਚਨ ਆਨਸਰ ਦੇਖਦੇ ਹਾਂ ਜਿਹੜੇ ਤੁਹਾਡੇ ਸਿਲੇਬਸ ਨਾਲ ਰਿਲੇਟਡ ਨੇ। ਪਹਿਲਾ ਚੈਪਟਰ ਹੈਗਾ ਤੁਹਾਡਾ ਰਾਜਨੀਤੀ ਸ਼ਾਸਤਰ ਦਾ ਅਰਥ, ਪਰਿਭਾਸ਼ਾ ਅਤੇ ਖੇਤਰ। ਇਹਦੇ ਇੰਪਾਰਟੈਂਟ ਛੋਟੇ ਕੁਐਸਚਨ ਨੇ ਜਿਹੜੇ ਆਪਾਂ ਡਿਸਕਸ ਕਰਨ ਲੱਗੇ ਹਾਂ। ਰਾਜਨੀਤੀ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਅਰਸਤੂ ਨੂੰ। ਰਾਜਨੀਤੀ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਤੋਂ ਹੋਈ? ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਹੋਈ। ਤੀਜਾ ਪ੍ਰਸ਼ਨ ਹੈ, ਪੋਲਿਸ ਸ਼ਬਦ ਦਾ ਕੀ ਅਰਥ ਹੈ? ਪੋਲਿਸ ਸ਼ਬਦ ਦਾ ਅਰਥ ਹੈ ਨਗਰ ਰਾਜ। ਚੌਥਾ ਪ੍ਰਸ਼ਨ ਹੈ, ਕਿਸ ਦਾ ਕਥਨ ਹੈ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ? ਇਹ ਅਰਸਤੂ ਦਾ ਕਥਨ ਹੈ। ਬੇਟਾ ਪੰਜਵਾਂ ਪ੍ਰਸ਼ਨ ਹੈਗਾ, ਰਾਜਨੀਤੀ ਸ਼ਾਸਤਰ ਦੇ ਵਿਸ਼ਾ ਵਸਤੂ ਵਿੱਚ ਸ਼ਾਮਲ ਕੋਈ ਇੱਕ ਵਿਸ਼ਾ ਲਿਖੋ। ਰਾਜਨੀਤੀ ਸ਼ਾਸਤਰ ਦਾ ਅਧਿਐਨ ਰਾਜ ਦਾ ਅਧਿਐਨ ਹੈ। ਅਰਸਤੂ ਦੁਆਰਾ ਰਾਜਨੀਤੀ ਸ਼ਾਸਤਰ ਸੰਬੰਧੀ ਲਿਖੀ ਪੁਸਤਕ ਦਾ ਨਾਂ ਕੀ ਹੈ? ਪੁਸਤਕ ਦਾ ਨਾਂ ਸੀ ਪੋਲੀਟਿਕਸ। ਅਗਲਾ ਕੁਐਸਚਨ ਹੈਗਾ, ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ। ਇਹ ਕਥਨ ਕਿਸ ਦਾ ਹੈ? ਇਹ ਪ੍ਰੋਫੈਸਰ ਗਾਰਨਰ ਨੇ ਕਿਹਾ ਸੀ। ਬਹੁ ਵਿਕਲਪੀ ਯਾਨੀ MCQ ਪ੍ਰਸ਼ਨ ਹੈ। ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਅਧਿਐਨ ਖੇਤਰ ਰਾਜ ਦਾ ਅਧਿਐਨ ਹੈ, ਸਰਕਾਰ ਦਾ ਅਧਿਐਨ ਹੈ, ਮਨੁੱਖ ਦਾ ਅਧਿਐਨ ਹੈ ਜਾਂ ਉਪਰੋਕਤ ਸਾਰੇ? ਇਹਦਾ ਸਹੀ ਉੱਤਰ ਹੈ ਉਪਰੋਕਤ ਸਾਰੇ। 9ਵਾਂ ਪ੍ਰਸ਼ਨ ਹੈ ਬੇਟਾ, ਆਧੁਨਿਕ ਰਾਜਨੀਤਿਕ ਵਿਗਿਆਨ ਦਾ ਕੇਂਦਰੀ ਬਿੰਦੂ ਹੈ? ਰਾਜ, ਸਰਕਾਰ, ਦੇਸ਼, ਰਾਜਨੀਤਿਕ ਪ੍ਰਣਾਲੀ। ਰਾਜਨੀਤਿਕ ਪ੍ਰਣਾਲੀ ਜਿਹੜਾ ਵਾ ਇਹ ਇਹਦਾ ਕੇਂਦਰੀ ਬਿੰਦੂ ਹੈ ਆਧੁਨਿਕ ਦਾ। ਰਾਜਨੀਤੀ ਸ਼ਾਸਤਰ ਦਾ ਆਰੰਭ ਯੂਨਾਨ ਕਾਲ ਵਿੱਚ ਹੋਇਆ। ਇਹ ਬਿਲਕੁਲ ਸਹੀ ਸਟੇਟਮੈਂਟ ਹੈ। ਇਸ ਤੋਂ ਬਾਅਦ ਬੇਟਾ ਦੂਜਾ ਚੈਪਟਰ ਆ ਜਾਂਦਾ। ਜਿਹੜਾ ਦੂਜਾ ਚੈਪਟਰ ਹੈ ਉਹ ਹੈ ਰਾਜਨੀਤੀ ਸ਼ਾਸਤਰ ਦੇ ਦੂਜੇ ਸਮਾਜ ਸ਼ਾਸਤਰਾਂ ਨਾਲ ਸੰਬੰਧ। ਉਹਦੇ ਓਬਜੈਕਟਿਵ ਕੁਐਸਚਨ ਕੀ ਨੇ? ਪਹਿਲਾ ਕੁਐਸਚਨ ਹੈਗਾ, ਰਾਜਨੀਤੀ ਸ਼ਾਸਤਰ ਦਾ ਦੂਜਾ ਨਾਂ ਕੀ ਹੈ? ਸਮਾਜਿਕ ਵਿਗਿਆਨ, ਕਿਉਂਕਿ ਸੋਸ਼ਲ ਸਾਇੰਸ ਹੈ। ਨੈਕਸਟ ਕੁਐਸਚਨ ਹੈਗਾ, ਇਤਿਹਾਸ ਭੂਤਕਾਲ ਦੀ ਰਾਜਨੀਤੀ ਹੈ ਅਤੇ ਰਾਜਨੀਤੀ ਵਰਤਮਾਨ ਦਾ ਇਤਿਹਾਸ ਹੈ। ਇਹ ਵਿਚਾਰ ਕਿਸ ਦਾ ਹੈ? ਪ੍ਰੋਫੈਸਰ ਫਰੀਮੈਨ ਦਾ। ਤੀਜਾ ਪ੍ਰਸ਼ਨ ਹੈਗਾ, ਨੀਤੀ ਸ਼ਾਸਤਰ ਕਿਸ ਵਿਸ਼ੇ ਦਾ ਅੰਤਰ ਕਰਦਾ? ਨੈਤਿਕਤਾ ਦਾ। ਵੈਸੇ ਨੀਤੀ ਸ਼ਾਸਤਰ ਵਾਲੇ ਪ੍ਰਸ਼ਨ ਆਣੇ ਨਹੀਂ ਕਿਉਂਕਿ ਨੀਤੀ ਸ਼ਾਸਤਰ ਸਿਲੇਬਸ ਸ਼ਾਮਲ ਹੁਣ ਨਹੀਂ ਹੈ। ਚਲੋ ਨੈਕਸਟ ਕੁਐਸਚਨ ਹੈਗਾ, ਕਿਸ ਵਿਸ਼ੇ ਨੂੰ ਵਿੱਚ ਭੂਤਕਾਲ ਨਾਲ ਸੰਬੰਧਿਤ ਘਟਨਾਵਾਂ ਦਾ ਵਰਣਨ ਕੀਤਾ ਜਾਂਦਾ? ਇਤਿਹਾਸ ਵਿੱਚ। ਇਹ ਵੀ ਕੁਐਸਚਨ ਦੀ ਪੜ੍ਹਨ ਦੀ ਲੋੜ ਨਹੀਂ, ਇਹ ਵੀ ਨਹੀਂ ਲੋੜ। ਕਿਹੜੇ ਸਮਾਜਿਕ ਸ਼ਾਸਤਰ ਨੂੰ ਹੋਰ ਸ਼ਾਸਤਰਾਂ ਦੀ ਜਨਨੀ ਕਿਹਾ ਜਾਂਦਾ, ਯਾਨੀ ਮਦਰ ਸਾਇੰਸ ਕਿਹਾ ਜਾਂਦਾ? ਸਮਾਜ ਸ਼ਾਸਤਰ, ਸੋਸ਼ੀਓਲੋਜੀ ਨੂੰ। ਕਿਹੜੇ ਵਿਦਵਾਨ ਨੇ 18ਵੀਂ ਸਦੀ ਵਿੱਚ ਅਰਥ ਸ਼ਾਸਤਰ ਨੂੰ ਸੁਤੰਤਰ ਵਿਸ਼ੇ ਦਾ ਰੂਪ ਪ੍ਰਦਾਨ ਕੀਤਾ? ਐਡਮ ਸਮਿਥ ਨੇ। ਅਰਥ ਸ਼ਾਸਤਰ ਕਿਸ ਤਰ੍ਹਾਂ ਦਾ ਵਿਗਿਆਨ ਹੈ? ਸਮਾਜਿਕ ਵਿਗਿਆਨ ਹੈ। ਅਗਲਾ ਕੁਐਸਚਨ ਹੈਗਾ, ਸਮਾਜ ਸ਼ਾਸਤਰ ਕਿਸ ਸਮੇਂ ਦਾ ਅਧਿਐਨ ਕਰਦਾ? ਵਰਤਮਾਨ ਅਤੇ ਭੂਤਕਾਲ ਦਾ। ਬਿਲਕੁਲ 2 ਨੰਬਰਾਂ ਵਾਲੇ ਛੋਟੇ ਕੁਐਸਚਨ ਵੀ ਕੁਝ ਨੇ, ਉਹ ਵੀ ਆਪਾਂ ਦੇਖ ਲਏ ਹਾਂ। ਰਾਜਨੀਤੀ ਸ਼ਾਸਤਰ ਦੀ ਇਤਿਹਾਸ ਨੂੰ ਕੀ ਦੇਣ? ਰਾਜਨੀਤੀ ਸ਼ਾਸਤਰ ਰਾਜਨੀਤਿਕ ਘਟਨਾਵਾਂ ਹੀ ਇਤਿਹਾਸ ਦਾ ਨਿਰਮਾਣ ਕਰਦੀਆਂ। ਅੱਜ ਦੀ ਰਾਜਨੀਤੀ ਕੱਲ੍ਹ ਦਾ ਇਤਿਹਾਸ ਹੈ। ਦੂਜਾ ਪ੍ਰਸ਼ਨ, ਰਾਜਨੀਤੀ ਸ਼ਾਸਤਰ ਕਿਹੜਾ ਵਿਗਿਆਨ ਮੰਨਿਆ ਜਾਂਦਾ? ਰਾਜਨੀਤੀ ਸ਼ਾਸਤਰ ਇੱਕ ਸਮਾਜਿਕ ਵਿਗਿਆਨ ਹੈ ਜਿਹੜਾ ਸਮਾਜ ਦੇ ਲੋਕਾਂ ਦੀ ਸੰਸਥਾਵਾਂ ਦਾ ਅਧਿਐਨ ਕਰਦਾ ਹੈ। ਤੀਜਾ ਪ੍ਰਸ਼ਨ ਹੈਗਾ, ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਵਿੱਚ ਅੰਤਰ ਲਿਖੋ। ਇਹਦਾ ਉੱਤਰ ਹੈਗਾ, ਇਤਿਹਾਸ ਅਸਲ ਹੈ ਪਰੰਤੂ ਰਾਜਨੀਤੀ ਸ਼ਾਸਤਰ ਵਿੱਚ ਵਿਚਾਰਸ਼ੀਲ ਵਿਸ਼ਾ ਹੈ। ਇਤਿਹਾਸ ਦਾ ਸੰਬੰਧ ਭੂਤਕਾਲ ਨਾਲ ਹੈ ਪਰੰਤੂ ਰਾਜਨੀਤੀ ਸ਼ਾਸਤਰ ਦਾ ਸੰਬੰਧ ਭੂਤ, ਵਰਤਮਾਨ ਅਤੇ ਭਵਿੱਖ ਨਾਲ ਹੈ। ਅਗਲਾ ਪ੍ਰਸ਼ਨ ਹੈਗਾ,
ਇਤਿਹਾਸ ਨੂੰ ਰਾਜਨੀਤੀ ਸ਼ਾਸਤਰ ਪ੍ਰਯੋਗਸ਼ਾਲਾ ਕਿਉਂ ਕਿਹਾ ਜਾਂਦਾ? ਇਤਿਹਾਸ ਦੇ ਅਧਿਐਨ ਤੋਂ ਅਜਿਹਾ ਗਿਆਨ ਪ੍ਰਾਪਤ ਹੁੰਦਾ ਜਿਹੜਾ ਰਾਜਨੀਤੀ ਸ਼ਾਸਤਰ ਦੇ ਕਿਸੇ ਸਿਧਾਂਤ ਨੂੰ ਵਿਵਹਾਰਕ ਰੂਪ 'ਚ ਕਰਨ ਲਈ ਸਾਹਮਣੇ ਆਉਂਦਾ, ਇਸੇ ਕਰਕੇ ਇਹਨੂੰ ਪ੍ਰਯੋਗਸ਼ਾਲਾ ਕਿਹਾ ਜਾਂਦਾ। ਪੰਜਵਾਂ ਪ੍ਰਸ਼ਨ, ਅਰਥ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਕੀ ਦੇਣ ਹੈ? ਆਰਥਿਕ ਪਰਿਸਥਿਤੀਆਂ ਰਾਜਨੀਤਿਕ ਢਾਂਚੇ ਦੀ ਕਾਰਜਸ਼ੀਲਤਾ ਨੂੰ ਪ੍ਰਭਾਵਿਤ ਕਰਦੀਆਂ ਨੇ। ਦੂਜਾ, ਆਰਥਿਕ ਸਥਿਤੀ ਵਿਅਕਤੀ ਦੀ ਰਾਜਨੀਤਿਕ ਦਸ਼ਾ ਨੂੰ ਪ੍ਰਭਾਵਿਤ ਕਰਦੀ ਹੈ। ਅਗਲਾ ਪ੍ਰਸ਼ਨ ਹੈਗਾ, ਸਮਾਜ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਕੀ ਦੇਣ ਹੈ? ਬੇਟਾ ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਨੂੰ ਬਹੁਮੁੱਲੀ ਸਮੱਗਰੀ ਪ੍ਰਦਾਨ ਕਰਦਾ ਹੈ। ਸਮਾਜੀ ਸਥਿਤੀਆਂ ਰਾਜਨੀਤਿਕ ਸੰਗਠਨਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਨੈਕਸਟ ਕੁਐਸਚਨ ਹੈਗਾ, ਰਾਜਨੀਤੀ ਸ਼ਾਸਤਰ ਦੀ ਸਮਾਜ ਸ਼ਾਸਤਰ ਨੂੰ ਕੀ ਦੇਣਾ? ਰਾਜਨੀਤੀ ਸ਼ਾਸਤਰ ਸਮਾਜਿਕ ਸੰਗਠਨਾਂ ਨੂੰ ਪ੍ਰਭਾਵਿਤ ਕਰਦੀ ਹੈ। ਰਾਜਨੀਤੀ ਸ਼ਾਸਤਰ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਦਾ ਅੰਤ ਕਰਦਾ ਹੈ। ਇਹ ਕੁਐਸਚਨ ਕਰਨ ਦੀ ਲੋੜ ਨਹੀਂ ਕਿਉਂਕਿ ਨੀਤੀ ਸ਼ਾਸਤਰ ਵਾਲਾ ਪ੍ਰਸ਼ਨ ਹੈ। ਦੂਜਾ ਅਗਲਾ ਪ੍ਰਸ਼ਨ ਵੀ ਨੀਤੀ ਸ਼ਾਸਤਰ ਦਾ, ਇਹ ਵੀ ਨਹੀਂ ਪੜ੍ਹਨ ਦੀ ਲੋੜ। ਇਹ ਪੜ੍ਹੋ ਜੀ, ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿੱਚ ਕੀ ਸੰਬੰਧ ਹੈ? ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ ਦੋਹਾਂ ਦਾ ਸੰਬੰਧ ਵਿਅਕਤੀ ਨਾਲ ਹੈ। ਦੋਵੇਂ ਵਿਸ਼ੇ ਰਾਜ ਅਤੇ ਸਮਾਜ ਨਾਲ ਸੰਬੰਧਿਤ ਨੇ। ਸੋ ਇਹ ਬੇਟਾ 2 ਚੈਪਟਰ ਹੋ ਗਏ। ਤੀਜਾ ਚੈਪਟਰ ਆਪਾਂ ਫਿਰ ਕਰਨ ਲੱਗੇ ਹਾਂ, ਜਿਹੜਾ ਤੁਹਾਡੇ ਸਿਲੇਬਸ ਸ਼ਾਮਲ ਹੈ। ਤੀਜਾ ਚੈਪਟਰ, ਇਹ ਚੈਪਟਰ ਬੇਟਾ ਪ੍ਰਸਤਾਵਨਾ ਨਾਲ ਰਿਲੇਟਡ ਹੈ। ਇਹ 1 ਜਾਂ 2 ਨੰਬਰ ਦੇ ਕੁਐਸਚਨ ਨੇ, ਇਹ ਤੁਸੀਂ ਦੋਵੇਂ ਕਵਰ ਕਰੇਗਾ। 2 ਨੰਬਰ ਵਾਲੇ ਨੂੰ ਕਵਰ ਵੀ ਕਰੇਗਾ ਅਤੇ 1 ਨੰਬਰ ਵਾਲੇ ਨੂੰ ਕਵਰ ਵੀ ਕਰੇਗਾ। ਬੇਟਾ ਪਹਿਲਾ ਕੁਐਸਚਨ ਹੈ, ਪ੍ਰਸਤਾਵਨਾ ਦਾ ਕੀ ਅਰਥ ਹੈ? ਕਿਸੇ ਦਸਤਾਵੇਜ਼, ਭਾਸ਼ਣ ਜਾਂ ਲੇਖ ਦੇ ਮੁੱਢਲੇ ਜਾਂ ਜਾਣ ਪਛਾਣ ਦੇਣ ਵਾਲੇ ਕਥਨ ਨੂੰ ਪ੍ਰਸਤਾਵਨਾ ਕਹਿੰਦੇ ਨੇ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਮਾਜਵਾਦੀ ਤੇ ਧਰਮ ਨਿਰਪੱਖ ਸ਼ਬਦ ਕਦੋਂ ਜੋੜੇ ਗਏ? 1976 ਵਿੱਚ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 42ਵੀਂ ਸੋਧ ਕੀਤੀ ਗਈ ਅਤੇ ਸਮਾਜਵਾਦੀ, ਧਰਮ ਨਿਰਪੱਖ ਅਤੇ ਅਖੰਡਤਾ 3 ਸ਼ਬਦ ਜੋੜੇ ਗਏ ਸੀ। ਸਮਾਜਵਾਦੀ, ਧਰਮ ਨਿਰਪੱਖ ਅਤੇ ਅਖੰਡਤਾ, ਯਾਨੀ ਸੋਸ਼ਲਿਜ਼ਮ, ਸੈਕੂਲਰ ਐਂਡ ਇੰਟੈਗ੍ਰਿਟੀ। 42ਵੀਂ ਸੋਧ 1976 ਵਿੱਚ ਜੋੜੇ ਗਏ ਸੀ। ਤੀਜਾ ਕੁਐਸਚਨ ਹੈਗਾ, ਭਾਰਤ ਇੱਕ ਸੰਪੂਰਨ ਪ੍ਰਭੂਸੱਤਾ ਗਣਰਾਜ ਹੈ, ਦੱਸੋ ਕਿਵੇਂ? ਭਾਰਤ ਇੱਕ ਸੰਪੂਰਨ ਪ੍ਰਭੂਸੱਤਾ ਗਣਰਾਜ ਹੈ ਕਿਉਂਕਿ ਇੱਥੇ ਰਾਜ ਦਾ ਪ੍ਰਧਾਨ ਅਹੁਦਾ ਜੱਦੀ ਨਹੀਂ ਹੈ, ਸਗੋਂ ਉਹ ਯਾਨੀ ਰਾਸ਼ਟਰਪਤੀ ਇੱਕ ਨਿਸ਼ਚਿਤ ਸਮੇਂ ਲਈ ਜਨਤਾ ਦੇ ਨੁਮਾਇੰਦਿਆਂ ਦੁਆਰਾ ਇਨਡਾਇਰੈਕਟਲੀ, ਅਸਿੱਧੇ ਤੌਰ 'ਤੇ ਚੁਣਿਆ ਜਾਂਦਾ ਹੈ। ਚੌਥਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀਆਂ ਕੋਈ 2 ਵਿਸ਼ੇਸ਼ਤਾਵਾਂ ਲਿਖੋ। ਸੁਤੰਤਰਤਾ ਅਤੇ ਸਮਾਨਤਾ ਵਿਸ਼ੇਸ਼ਤਾ ਹੈ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਮਹੱਤਤਾ ਦੇ 2 ਸਿਰਲੇਖ ਲਿਖੋ। ਪ੍ਰਸਤਾਵਨਾ ਸੰਵਿਧਾਨ ਦੀ ਪ੍ਰੇਰਨਾ ਅਤੇ ਪ੍ਰਾਣ ਹੈ। ਪ੍ਰਸਤਾਵਨਾ ਸੰਵਿਧਾਨ ਦੀ ਆਤਮਾ ਹੈ। 6ਵਾਂ ਪ੍ਰਸ਼ਨ, ਪ੍ਰਸਤਾਵਨਾ ਵਿੱਚ ਕਿਸ ਤਰ੍ਹਾਂ ਦੇ ਨਿਆਂ ਦਾ ਵਰਣਨ ਕੀਤਾ ਗਿਆ? ਪ੍ਰਸਤਾਵਨਾ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦਾ ਵਰਣਨ ਕੀਤਾ ਗਿਆ। 7ਵਾਂ ਪ੍ਰਸ਼ਨ, ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ? ਭਾਰਤੀ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ। 8ਵਾਂ ਪ੍ਰਸ਼ਨ, ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਸ਼ਬਦ ਕਿਸ ਸੰਵਿਧਾਨਕ ਸੋਧ ਦੁਆਰਾ ਸ਼ਾਮਲ ਕੀਤਾ ਗਿਆ? 42ਵੀਂ ਸੋਧ ਦੁਆਰਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ। 9ਵਾਂ ਪ੍ਰਸ਼ਨ, ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ? ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਕਿਸ ਨੇ ਸਭ ਤੋਂ ਪਹਿਲਾਂ ਪ੍ਰਸਤਾਵਨਾ ਤੇ ਸੰਵਿਧਾਨ ਵਿੱਚ ਦਰਜ ਕੀਤਾ? ਕਿਸ ਦੇਸ਼ ਨੇ? ਸਭ ਤੋਂ ਪਹਿਲੇ ਅਮਰੀਕਾ ਨੇ ਆਪਣੇ ਦੇਸ਼ ਦੇ ਸੰਵਿਧਾਨ ਵਿੱਚ ਪ੍ਰਸਤਾਵਨਾ ਨਾਲ ਕੀਤਾ। ਇੱਕ ਹੋਰ ਪ੍ਰਸ਼ਨ ਆਉਂਦਾ ਪ੍ਰਸਤਾਵਨਾ ਦਾ, ਪ੍ਰਸਤਾਵਨਾ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ? ਪਰ ਬੇਟਾ ਪ੍ਰਸਤਾਵਨਾ ਸ਼ੁਰੂ ਹੁੰਦੀ ਹੈ, ਅਸੀਂ ਭਾਰਤ ਦੇ ਲੋਕ। ਇਹਨਾਂ ਸ਼ਬਦਾਂ ਦੇ ਨਾਲ ਪ੍ਰਸਤਾਵਨਾ ਦੀ ਸ਼ੁਰੂਆਤ ਹੁੰਦੀ ਹੈ, ਅਸੀਂ ਭਾਰਤ ਦੇ ਲੋਕ। ਪ੍ਰਸਤਾਵਨਾ ਨੂੰ ਕਦੋਂ ਅਡੋਪਟ ਕੀਤਾ ਗਿਆ? 26 ਨਵੰਬਰ 1949 ਨੂੰ। ਮੈਨੂੰ ਆਸ ਹੈ ਕੁਐਸਚਨ ਤੁਹਾਨੂੰ ਡੈਫੀਨੇਟਲੀ ਕਲੀਅਰ ਹੋਏ ਹੋਣਗੇ। +1 ਦੇ ਵਿਦਿਆਰਥੀ ਮੇਰੇ ਚੈਨਲ 'ਤੇ ਨਵੇਂ ਨੇ, ਇਸ ਕਰਕੇ ਮੇਰੇ ਚੈਨਲ ਨੂੰ ਕੌਨਸੈਪਟ ਗੁਰੂ AK ਨੂੰ ਜ਼ਰੂਰ ਸਬਸਕ੍ਰਾਈਬ ਕਰਨ ਅਤੇ ਬੈਲ ਦਾ ਬਟਨ ਵੀ ਦਬਾ ਦੇਣ ਤਾਂ ਕਿ ਜਦੋਂ ਮੈਂ ਲਾਈਵ ਹੋਵਾਂ ਜਾਂ ਕੋਈ ਵੀਡੀਓ ਪਾਵਾਂ ਤੇ ਤੁਹਾਨੂੰ ਪਤਾ ਚੱਲ ਜਾਏ। ਸੋ ਥੈਂਕ ਯੂ ਵੈਰੀ ਮੱਚ। ਪੜ੍ਹੋ ਅਤੇ ਵਧੀਆ ਢੰਗ ਨਾਲ ਚੰਗੇ ਨੰਬਰ ਪ੍ਰਾਪਤ ਕਰੋ। ਥੈਂਕ ਯੂ।